सगल द्वार को छाड़ के गयो तुहारो द्वार। बाहें गहे की लाज अस गोविंद दास तुहार। सम्मानयोग गुरु की साजी हुई गुरु रूप साध संगत जी, साहिब श्री गुरु नानक देव जी महाराज, श्री गुरु ग्रंथ साहिब जी, तिन्हां दी अपार बख्शिश अते रहमत दा सदका गुरु जी के चरणां दे विच सजन दा रब्बी बाणी नूं सरवण करन दा ਇਹ ਸਮਾਂ ਸਾਨੂੰ ਵਾਹਿਗੁਰੂ ਜੀ ਨੇ ਜੋ ਬਖਸ਼ਿਆ ਹੈ, ਸੋ ਆਓ ਹਰ ਹਰ ਨਿਤ ਜਪੇ ਹੋ ਜੀਓ, ਲਾਹਾ ਖੱਟੇ ਹੋ ਦਿਹਾੜੀ। ਐਸੀ ਰੱਬੀ ਬਾਣੀ ਦਾ ਲਾਹਾ ਲਈਏ। ਉਸ ਤੋਂ ਪ੍ਰਥਮ ਸਨਿਮਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਹੁਕਮਨਾਮਾ ਸਾਹਿਬ ਹੈ, ਇਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਦਇਆ ਦੇ ਮੁਜੱਸਮੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੈ, ਜੋ ਕਿ ਟੋਡੀ ਰਾਗ ਦੇ ਵਿੱਚ 711 ਅੰਗ ਤੋਂ ਆਰੰਭ ਹੋ ਕਰ 712 ਅੰਗ ਤੇ ਸੰਪੂਰਨ ਹੋ ਜਾਂਦਾ ਹੈ ਜੀ। ਇਸ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਉਮਰ ਦਾ ਜ਼ਿਕਰ ਕੀਤਾ ਹੈ ਜਿਸ ਇਨਸਾਨ ਦੀ ਉਮਰ ਤਾਂ ਬਹੁਤ ਲੰਮੀ ਹੁੰਦੀ ਆ, ਪਰ ਉਹ ਲੰਮੀ ਉਮਰ ਹੋਣ ਦੇ ਬਾਵਜੂਦ ਵੀ ਗੁਰੂ ਦੇ ਨਾਲ ਉਹਦਾ ਕੋਈ ਵੀ ਪਿਆਰ ਨਹੀਂ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਉਹਦੀ ਕੋਈ ਪ੍ਰੀਤੀ ਨਹੀਂ ਹੁੰਦੀ। ਲੰਮੀ ਉਮਰ ਦੇ ਵਿੱਚ ਕੋਈ ਗੁਣ ਨਹੀਂ ਹੁੰਦੇ, ਕੋਈ ਸਤਿਗੁਣ ਨਹੀਂ ਹੁੰਦੇ, ਕੋਈ ਪਰਉਪਕਾਰ ਨਹੀਂ ਹੁੰਦਾ, ਕੋਈ ਦਇਆ ਨਹੀਂ ਹੁੰਦੀ, ਕੋਈ ਜੀਆਂ ਤੇ ਤਰਸ ਨਹੀਂ ਹੁੰਦਾ। ਤਾਂ ਉਹਦੀ ਜਿਹੜੀ ਜ਼ਿੰਦਗੀ ਹੈ ਇਸ ਤਰ੍ਹਾਂ ਦੀ ਬਣ ਜਾਂਦੀ ਆ, ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੁਹਾਰੀ। ਜਿਵੇਂ ਕਿ ਦੁਨੀਆ ਵਿੱਚ ਕੁਝ ਇਹੋ ਜਿਹੇ ਸਰਪ ਆ, ਉਹਨਾਂ ਦੀ ਉਮਰ ਬਹੁਤ ਜ਼ਿਆਦਾ ਹੈ, ਪਰ ਸਾਰੀ ਜ਼ਿੰਦਗੀ ਉਹ ਕੀ ਕਰਦੇ ਨੇ, ਉਹਨਾਂ ਦੀ ਉਮਰ ਜ਼ਹਿਰ ਦੇ ਵਿੱਚ, ਜ਼ਹਿਰ ਨਾਲ ਭਰੀ ਹੋਈ ਜ਼ਿੰਦਗੀ ਦੇ ਵਿੱਚ ਬਤੀਤ ਹੁੰਦੀ ਹੈ। ਬਿਲਕੁਲ ਹੀ ਇਸੇ ਤਰ੍ਹਾਂ ਉਹ ਮਨਮੁਖ ਬੰਦਾ ਜੋ ਗੁਰੂ ਦੇ ਨਾਲ ਆਪਣੇ ਪਿਆਰ ਨਹੀਂ ਪਾ ਸਕਦਾ, ਉਮਰ ਉਹਦੀ ਭਾਵੇਂ 100 ਵਰ੍ਹਿਆਂ ਦੀ ਹੋਵੇ, ਪਰ ਤ੍ਰਿਗ ਹੈ ਉਸ ਦੇ ਜੀਵਨ ਤੇ, ਜੋ ਕਿ ਇਸ ਸੰਸਾਰ ਵਿੱਚ ਆ ਕੇ ਜਿਹਨੇ ਉਹਦਾ ਬਦਨ ਬਣਾਇਆ, ਉਹਦਾ ਦਿਲੋਂ ਖਿਆਲ ਭੁਲਾਇਆ, ਇਹਨੇ ਵਾਹਿਗੁਰੂ ਪਰਮੇਸ਼ਰ ਨੂੰ ਭੁਲਾ ਦਿੱਤਾ, ਤਾਂ ਉਹਦੀ ਜਿਹੜੀ ਜ਼ਿੰਦਗੀ ਹੈ ਇਹ ਤ੍ਰਿਗ ਭਰੀ, ਲਾਹਨਤਾਂ ਦੇ ਨਾਲ ਭਰੀ, ਜ਼ਹਿਰ ਦੇ ਨਾਲ ਭਰੀ ਹੁੰਦੀ ਆ।
ਇਹ ਗੁਰੂ ਅਰਜਨ ਦੇਵ ਜੀ ਕਹਿੰਦੇ ਆ, ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਵਾਹਿਗੁਰੂ ਨੂੰ ਵਿਸਾਰਿਆਂ ਭੁਲਾਇਆਂ ਅੱਜ ਤੱਕ ਹਰ ਬੰਦਾ ਖੁਆਰ ਹੀ ਹੋਇਆ, ਕਿਸੇ ਨੂੰ ਕੋਈ ਇੱਜ਼ਤ ਨਹੀਂ ਮਿਲੀ ਹੈ। ਦੁਨੀਆ ਦੇ ਵਿੱਚ ਬਹੁਤ ਸਾਰੇ ਐਸੇ ਹੰਕਾਰ ਵਾਲੇ ਲੋਕ ਹੋਏ, ਰਾਜੇ ਹੋਏ, ਜਿਨ੍ਹਾਂ ਨੇ ਵਾਹਿਗੁਰੂ ਨੂੰ ਭੁਲਾਇਆ ਤੇ ਉਹਨਾਂ ਦੇ ਹਿੱਸੇ ਖੁਆਰੀ ਹੀ ਆਈ ਆ, ਉਹਨਾਂ ਦੇ ਹਿੱਸੇ ਰੁਲਣਾ ਹੀ ਆਇਆ। ਇਸ ਤਰ੍ਹਾਂ ਫਿਰ ਵਾਹਿਗੁਰੂ ਨੂੰ ਭੁਲਾ ਕੇ ਕਿਹਨੇ ਕਦੇ ਸੁੱਖ ਪਾਇਆ ਹੈ। ਜਿੱਥੇ ਗੁਰੂ ਜੀ ਦਾ ਸਹਾਰਾ ਮਿਲ ਜਾਵੇ ਇਨਸਾਨ ਨੂੰ, ਉੱਥੇ ਇਹ ਮਾਇਆ ਜਿਹੜੀ ਆ ਜਾਂ ਕੋਈ ਵੀ ਵਸਤੂ ਆ, ਇਹਨੂੰ ਦੇ ਨਾਲ ਧੋਖਾ ਨਹੀਂ ਕਰ ਸਕਦਾ। ਤਾ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਜਿੱਥੇ ਗੁਰੂ ਮਹਾਰਾਜ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਦੇਣ ਜਿਸ ਇਨਸਾਨ ਦੇ, ਤਾਂ ਕਿਵੇਂ ਉਹਨੂੰ ਕੋਈ ਧੋਖੇ ਵਿੱਚ ਪਾ ਸਕਦਾ। ਕਿਵੇਂ ਅਵਗੁਣ ਜਿਹੜੇ ਆ, ਬੁਰੀਆਂ ਆਦਤਾਂ ਉਹਨੂੰ ਛੂਹ ਸਕਦੀਆਂ ਨੇ। ਤਾਂ ਉਹ ਜਿਹੜਾ ਸਿੱਖ ਆ ਗੁਰੂ ਦੀ ਰਹਿਮਤ ਵਾਲਾ, ਉਤਰੇ ਕਟੰਬ ਸੰਗ ਲੋਗ ਕੁਲ ਸੁਬਾਇਆ, ਨਿਰਮਲ ਭਏ ਸਰੀਰ ਜਨ ਧੂਰੀ ਨਾਇਆ, ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ, ਕੋਟ ਅਗਾ ਗਏ ਨਾਸ ਹਰ ਇੱਕ ਧਿਆਇਆ, ਜਾਂ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ। ਤਾਂ ਕਿਵੇਂ ਜਦੋਂ ਗੁਰੂ ਜੀ ਦਿਆਲ ਹੋ ਜਾਣਗੇ ਤਾਂ ਮਾਇਆ ਉਹਦੇ ਨਾਲ ਕਿਵੇਂ ਧੋਖਾ ਕਰ ਸਕਦੀ ਆ। ਮਾਇਆ ਤੋਂ ਭਾਵ ਉਹ ਹਰ ਸ਼ੈ ਦੁਨੀਆ ਦੀ ਜਿਹੜੀ ਕਈ ਵਾਰ ਸਾਨੂੰ ਰੱਬ ਨਾਲੋਂ ਤੋੜਨ ਦਾ ਯਤਨ ਕਰਦੀ ਆ, ਪਰ ਜਦੋਂ ਗੁਰੂ ਦੀ ਰਹਿਮਤ ਹੋ ਜੇ ਫਿਰ ਇਹਨਾਂ ਦਾ ਵੱਸ ਨਹੀਂ ਚੱਲਦਾ। ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੁਹਾਰੀ। ਦੁਨੀਆ ਵਿੱਚ ਬਹੁਤ ਸਾਰੇ ਰਾਜੇ ਹੋਏ, ਉਹਨਾਂ ਦੇ ਵਿੱਚ ਇੱਕ ਰਾਜਾ ਹੋਇਆ ਹਾਰੂਨ, ਉਹਦਾ ਨਾਂ ਸੀਗਾ। ਜਿਵੇਂ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਕਿ ਬੰਦਾ 9 ਹਿੱਸਿਆਂ ਨੂੰ ਵੀ ਧਰਤੀ ਦੇ ਜਿੱਤ ਲਵੇ, 9 ਟੁਕੜਿਆਂ ਨੂੰ ਵੀ, ਐਡਾ ਵੱਡਾ ਰਾਜ ਵੀ ਹੋ ਜਾਵੇ ਉਹਦੇ ਕੋਲੇ, ਪਰ ਜੇ ਉਹ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ, ਅੰਤ ਸਮੇਂ ਉਹ ਜੀਵਨ ਨੂੰ ਹਾਰ ਕੇ ਇੱਥੋਂ ਜਾਂਦਾ ਹੈ, ਜਨਮ ਨੂੰ ਜੂਏ ਵਿੱਚ ਗਵਾ ਕੇ ਉਹ ਜਾਂਦਾ ਹੈ। ਤਾਂ ਹਾਰੂਨ ਜਿਹੜਾ ਰਾਜਾ ਸੀ ਬਹੁਤ ਹੰਕਾਰੀ ਸੀ। ਇੱਕ ਦਿਨ ਇਹਦੀ ਸਭਾ ਸਜੀ ਹੋਈ ਸੀ, ਉਸ ਦੇ ਵਿੱਚ ਆਪਣੇ ਵਜ਼ੀਰਾਂ ਨੂੰ ਕਹਿਣ ਲੱਗਾ ਕਿ ਰੱਬ ਨੂੰ ਮਾਰਨਾ ਹੈ, ਮੈਂ ਉਹਨੂੰ ਮਾਰਨਾ ਚਾਹੁੰਦਾ, ਕਿਉਂਕਿ ਦੁਨੀਆ ਵਿੱਚ ਇੱਕ ਹੀ ਰੱਬ ਰਹਿ ਸਕਦਾ, ਇੱਕ ਮਿਆਨ 'ਚ 2 ਤਲਵਾਰਾਂ ਨਹੀਂ ਰਹਿ ਸਕਦੀਆਂ, ਜਾਂ ਮੈਂ ਰਹਾਂਗਾ ਜਾਂ ਉਹ ਰਹੇਗਾ। ਉਹਨੂੰ ਮਾਰਨ ਲਈ ਕੱਲ੍ਹ ਨੂੰ ਮੈਂ ਜਾਵਾਂਗਾ, ਇਸ ਕਰਕੇ ਤੇ ਮੈਨੂੰ ਤਿਆਰ ਬਰ ਤਿਆਰ ਕਰਕੇ ਭੇਜੋ, ਪੱਥੇ 'ਚ ਤੀਰ ਪਾ ਕੇ ਭੇਜੋ, ਕੋਈ ਵਾਹਨ ਜਿਹੜਾ ਚਾਹੀਦਾ ਜਿਹਤੇ ਸਵਾਰੀ ਕਰਕੇ ਮੈਂ ਰੱਬ ਨੂੰ ਮਾਰਾਂ। ਉਹ ਕਹਿਣ ਲੱਗੇ ਆਪ ਜੀ ਨੂੰ ਹਾਥੀ ਲਿਆ ਦਿੰਦੇ ਹਾਂ। ਉਹਨਾਂ ਦੇ ਉੱਪਰ ਲੱਗੀ ਹੋਈ ਅੰਬਾਰੀ ਸਵਾਰੀ ਜਿਹੜੀ ਤਿਆਰ ਕਰ ਦਿੰਦੇ। ਕਹਿਣ ਲੱਗਾ ਨਹੀਂ, ਰੱਬ ਏਡਾ ਵੱਡਾ ਨਹੀਂ ਕਿ ਹਾਥੀ 'ਤੇ ਚੜ੍ਹ ਕੇ ਉਹਨੂੰ ਮਾਰਿਆ ਜਾ ਸਕੇ, ਮੇਰੇ ਲਈ ਉਹ ਤੁੱਛ ਜਿਹਾ ਵਾ। ਤਾਂ ਵਜ਼ੀਰ ਕਹਿਣ ਲੱਗੇ ਘੋੜਾ ਲਿਆ ਦਿੰਦੇ ਹਾਂ। ਮੈਂ ਕਹਿੰਦਾ ਨਹੀਂ, ਘੋੜੇ 'ਤੇ ਚੜ੍ਹ ਕੇ ਮਾਰਾਂਗਾ ਤੇ ਰੱਬ ਦੀ ਸੋਭਾ ਹੋ ਜੂਗੀ ਕਿ ਘੋੜੇ 'ਤੇ ਚੜ੍ਹ ਕੇ ਮਾਰਿਆ। ਤਾਂ ਵਜ਼ੀਰਾਂ ਨੇ ਫਿਰ ਆਖਿਆ ਫਿਰ ਕੀ ਲਈਏ। ਇਹਨੇ ਆਪ ਆਖਿਆ ਮੈਨੂੰ ਗਧਾ ਲਿਆ ਕੇ ਦਿਓ। ਗਧੇ ਦੀ ਸਵਾਰੀ ਕੀਤੀ ਇਹਨੇ, ਕਮਾਨ ਹੱਥ 'ਚ ਫੜਿਆ, ਪੱਥੇ 'ਚ ਤੀਰ ਪਾਏ। ਸਾਰਾ ਦਿਨ ਹਾਰੂਨ ਜਿਹੜਾ ਸੀ ਅਸਮਾਨ ਦੇ ਵਿੱਚ ਤੀਰ ਛੱਡਦਾ ਰਿਹਾ ਸਾਰਾ ਦਿਨ। ਸ਼ਾਮ ਨੂੰ ਵਾਪਸ ਆ ਗਿਆ। ਆ ਕੇ ਇਹਨੇ ਸਭਾ 'ਚ ਆਖਿਆ ਮੈਂ ਰੱਬ ਨੂੰ ਮਾਰ ਦਿੱਤਾ।
ਵਜ਼ੀਰਾਂ ਨੇ ਪੁੱਛਿਆ ਇਹ ਕਿਵੇਂ ਪਤਾ ਲੱਗੇਗਾ ਕਿ ਰੱਬ ਮਰ ਗਿਆ? ਕਹਿਣ ਲੱਗਾ ਜਦੋਂ ਆਪਾਂ ਕਿਸੇ ਦੇ ਤੀਰ ਮਾਰਦੇ ਹਾਂ, ਅੱਗੋਂ ਜਵਾਬ ਆਉਂਦਾ ਹੈ ਜਾਂ ਹਾਏ ਦੀ ਆਵਾਜ਼ ਆਉਂਦੀ ਆ ਕਿ ਕੋਈ ਜਿਉਂਦਾ ਹੋਵੇ, ਨਾ ਕੋਈ ਹਾਏ ਦੀ ਆਵਾਜ਼ ਆਈ ਹੈ ਪੀੜਾ ਦੀ, ਨਾ ਹੀ ਕੋਈ ਬਦਲੇ ਵਿੱਚ ਜਵਾਬ ਆਇਆ, ਤਾਂ ਇਹ ਸਿੱਧ ਹੋ ਗਿਆ ਰੱਬ ਮਰ ਗਿਆ। ਹੁਣ ਦੁਨੀਆ 'ਤੇ ਇੱਕ ਹੀ ਰੱਬ ਹੈ, ਉਹ ਆ ਹਰੂਨ ਰਾਜਾ, ਮੈਂ ਖੁਦ, ਇਹ ਉਹਨੂੰ ਰੱਬ ਬਣਿਆ। ਇਸ ਤਰ੍ਹਾਂ ਹਰੂਨ ਦਾ ਤਾਂ ਪਤਾ ਨਹੀਂ ਉਹ ਕਿੱਥੇ ਹੈ, ਖਤਮ ਹੋ ਗਈ ਉਹਦੀ ਕਹਾਣੀ। ਵੱਡੀਆਂ ਵੱਡੀਆਂ ਹਸਤੀਆਂ ਮਿਟਾਈਆਂ ਗਈਆਂ ਨੇ, ਹਰੂਨ ਵਰਗੇ ਰਾਜੇ ਮੌਤ ਵਾਲੇ ਘਾਟ ਤੋਂ ਲੰਘਾਈਆਂ ਗਈਆਂ ਨੇ। ਐਸੀ ਵੱਡੀ ਤੁਸਾਂ ਦੀ ਤਾਦਾਦ ਕੋਈ ਨਾ, ਤੇਰੀ ਘੜਿਆ ਮਿੱਟੀ ਦਿਆ ਮਨਿਆਦ ਕੋਈ ਨਾ। ਹਰੂਨ ਤਾਂ ਮਰ ਗਿਆ, ਹਰੂਨ ਤਾਂ ਜਿਉਂਦਾ ਹੀ ਨਹੀਂ ਰਿਹਾ, ਰੱਬ ਅੱਜ ਵੀ ਆ। ਤਾਂ ਨਵ ਖੰਡਣ ਕੋ ਰਾਜ ਕਮਾਵੇ, ਅੰਤ ਚੱਲੇ ਗੋ ਹਾਰੀ। ਧਰਤੀ ਦੇ 9 ਹਿੱਸੇ ਜਿੱਤਣ ਵਾਲਾ ਰਾਜਾ ਜੇਕਰ ਗੁਰੂ ਨਾਲ, ਪ੍ਰਭੂ ਨਾਲ ਪਿਆਰ ਨਹੀਂ ਕਰਦਾ, ਉਹਨੂੰ ਵੀ ਹਾਰ ਕੇ ਖਾਲੀ ਹੱਥ ਇੱਥੋਂ ਜਾਣਾ ਪੈਂਦਾ। ਸਿਕੰਦਰ ਦਾ ਵੀ ਇਵੇਂ ਹੀ ਆ, ਸਿਕੰਦਰ ਨਾਲ ਵੀ ਇਹ ਘਟਨਾ ਹੋਈ ਆ ਸਾਰੀਆਂ, ਉਹਨੂੰ ਵੀ ਇਵੇਂ ਜਾਣਾ ਪਿਆ। ਰਾਵਣ ਵਰਗੇ ਤੇ ਰਾਵਣ ਕਰ ਦੀਆ ਨਾ ਬਾਤੀ, 1 ਲੱਖ ਪੂਤ 1.25 ਲੱਖ ਨਾਤੀ। ਇਸ ਕਰਕੇ ਲੰਕਾ ਗੜ ਸੋਇਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਕਹਿ ਕਬੀਰ ਕਿਛ ਗੁਣ ਵਿਚਾਰ, ਚੱਲੇ ਜੁਆਰੀ ਦੋਏ ਹੱਥ ਝਾਰ। ਕਹਿ ਕਬੀਰ ਸਾਹਿਬ ਜੀ ਕਹਿੰਦੇ ਆ ਕਿਛ ਗੁਣ ਵਿਚਾਰ, ਬੰਦਿਆ ਤੂੰ ਗੁਣਾਂ ਨੂੰ ਵਿਚਾਰ ਕੇ ਦੇਖ ਲਾ। ਚੱਲੇ ਜੁਆਰੀ ਦੋਏ ਹੱਥ ਝਾਰ। ਜਿਹੜੇ ਆਪਣੇ ਜਨਮ ਨੂੰ ਹਾਰ ਜਾਂਦੇ ਆ, ਉਹ ਹੱਥ ਝਾੜ ਕੇ ਖਾਲੀ ਹੱਥ ਇੱਥੋਂ ਜਾਂਦੇ ਆ। ਨਾਂਗੇ ਪਾਉ ਤੇ ਗਏ ਜਿਨ ਕੇ ਲੱਖ ਕਰੋੜ। ਨੰਗੇ ਪੈਰੀਂ ਜਾਂਦੇ ਨੇ ਇਸ ਦੁਨੀਆ ਤੋਂ ਜਿਨ੍ਹਾਂ ਕੋਲ ਲੱਖ ਕਰੋੜ ਰੁਪਈਆ ਹੁੰਦਾ ਹੈ। ਇਹ ਪ੍ਰਭੂ ਦੀ ਇਹੋ ਜਿਹੀ ਮਰਿਆਦਾ ਬਣਾਈ ਆ। ਇੱਥੇ ਪੱਕਾ ਰਹਿਣ ਦਾ ਕਿਸੇ ਦਾ ਕੋਈ ਵੀ ਪ੍ਰਬੰਧ ਨਹੀਂ ਹੈਗਾ ਸਦਾ ਵਾਸਤੇ। ਵੱਡੀਆਂ ਵੱਡੀਆਂ ਹਸਤੀਆਂ ਮਿਟਾਈਆਂ ਗਈਆਂ ਨੇ। ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ। ਕਹੋ ਨਾਨਕ ਥੇ ਕਛ ਨਹੀਂ, ਸੁਪਨੇ ਜਿਉ ਸੰਸਾਰ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਆ, ਬਹੁਤੀ ਲੰਮੀ ਜ਼ਿੰਦਗੀ ਹੋਣ ਨਾਲੋਂ ਜ਼ਿੰਦਗੀ ਭਾਵੇਂ ਛੋਟੀ ਹੋਵੇ, ਪਰ ਉਹਦੇ ਵਿੱਚ ਗੁਰੂ ਸਾਹਿਬ ਲਈ ਪਿਆਰ ਤੇ ਉਹਦੀ ਇਬਾਦਤ ਹੋਵੇ। ਉਸ ਜ਼ਿੰਦਗੀ ਦੇ ਵਿੱਚ ਪਰਉਪਕਾਰ ਹੋਵੇ, ਉਸ ਜ਼ਿੰਦਗੀ ਦੇ ਵਿੱਚ ਦਇਆ ਹੋਵੇ, ਧਰਮ ਹੋਵੇ, ਹਿੰਮਤ ਹੋਵੇ, ਸਾਹਿਬ ਨਾਲ ਪਿਆਰ ਹੋਵੇ, ਮੋਹ ਦੇ ਬੰਧਨ ਕੱਟ ਕੇ ਗੁਰੂ ਸਾਹਿਬ ਦੀ ਪ੍ਰੀਤ ਅੰਦਰ ਹੋਵੇ। ਜ਼ਿੰਦਗੀ ਭਾਵੇਂ ਛੋਟੀ ਹੋਵੇ, ਇਹ ਨਾ ਹੋਵੇ ਸੱਪ ਵਾਂਗੂ 100 ਸਾਲ ਬੰਦਾ ਜਿਉਵੇਂ ਤੇ ਜ਼ਿੰਦਗੀ ਦੇ ਵਿੱਚ ਜ਼ਹਿਰ ਹੀ ਹੋਵੇ। ਇਸ ਕਰਕੇ ਗੁਰੂ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਦਾ ਜਿਹੜਾ ਜੀਵਨ ਹੈ, ਉਹਨਾਂ ਤੋਂ ਆਪਾਂ ਸਿੱਖਿਆ ਲੈ ਸਕਦੇ ਹਾਂ ਕਿ ਕਿੰਨੇ ਉਹ ਸ਼ਾਂਤ ਸਨ, ਕਿੰਨੇ ਉਹਨਾਂ ਵਿੱਚ ਗੁਣ ਸੀਗੇ। ਗੁਣ ਨਿਧਾਨ ਗੁਣ ਤਿੰਨ ਹੀ ਗਾਏ। ਗੁਣਾਂ ਦੇ ਖਜ਼ਾਨੇ ਸੀ ਗੁਰੂ ਜੀ। ਉਹਨਾਂ ਖਜ਼ਾਨਿਆਂ ਵਿੱਚੋਂ ਅਸੀਂ ਕੁਝ ਗੁਣ ਧਾਰਨ ਕਰੀਏ। ਜਾ ਕੋ ਕਿਰਪਾ ਧਾਰੀ, ਜਿਹਦੇ ਤੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਆ, ਉਹਨੂੰ ਇਹ ਖਜ਼ਾਨੇ ਵਿੱਚੋਂ ਗੁਣ ਮਿਲਦੇ ਆ। ਸੋ ਸੁਖੀ ਆ, ਉਹ ਬੰਦਾ ਸੁਖੀ ਆ। ਧੰਨ ਉਸ ਜਨਮਾ, ਧੰਨ ਆ ਉਹਦਾ ਜਨਮ, ਨਾਨਕ ਤਿਸ ਬਲਹਾਰੀ। ਤੇ ਧੰਨ ਆ ਉਹਦਾ ਜਨਮ, ਉਹੀ ਸੁਖੀਆ ਹੈ ਜਿਹਦੇ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਆ, ਜਿਹਦੇ ਤੇ ਮਾਲਕ ਦੀ ਵਾਹਿਗੁਰੂ ਦੀ ਕਿਰਪਾ ਹੋਈ। ਗੁਰੂ ਅਰਜਨ ਦੇਵ ਜੀ ਨੇ ਇਹ ਦੱਸਿਆ ਹੈ ਸਾਨੂੰ। ਸੋ ਗੁਰੂ ਪਿਆਰਿਓ, ਸਦਾ ਹੀ ਆਪਣੇ ਜੀਵਨ ਨੂੰ ਸੋਹਣਾ ਬਣਾਉਣ ਲਈ ਵਾਹਿਗੁਰੂ ਅੱਗੇ ਬੇਨਤੀ ਕਰਨੀ ਚਾਹੀਦੀ ਆ। ਅਰਦਾਸ ਵਿੱਚ ਬੜੀ ਸ਼ਕਤੀ ਆ। ਜਦੋਂ ਅਸੀਂ ਮਾਲਕ ਅੱਗੇ ਅਰਦਾਸ ਕਰਦੇ ਹਾਂ ਤਾਂ ਜ਼ਰੂਰ ਸਾਡੀ ਸੁਣਦਾ। ਜਦੋਂ ਅਰਦਾਸ ਬੇਨਤੀ ਕਰੀਏ ਹਮੇਸ਼ਾ ਇਹੀ ਕਿ ਵਾਹਿਗੁਰੂ, ਜੋ ਅੱਜ ਦਾ ਦਿਨ ਹੈ
ਇਹ ਦਿਨ ਨਹੀਂ ਹੈਗਾ, ਇਹ ਜ਼ਿੰਦਗੀ ਆ। ਵਾਹਿਗੁਰੂ ਜੀ, ਇਹ ਦਿਨ ਨਹੀਂ ਹੈਗਾ, ਜ਼ਿੰਦਗੀ ਆ। ਇਹ ਦਿਨ ਕਹੋਗੇ ਤੈਨੂੰ ਤੁਸੀਂ ਲੰਘਾ ਦੂੰਗੇ। ਟਾਲੇ ਟੋਲੇ ਦਿਨ ਗਿਆ, ਵਿਆਜ बढ़न तो ਜਾਏ ਕਬੀਰ। ਟਾਲ ਮਟੋਲਿਆਂ ਵਿੱਚ ਦਿਨ ਲੰਘਾ ਦੂੰਗੇ ਜੇ ਦਿਨ ਕਹੋਗੇ। ਜ਼ਿੰਦਗੀ ਆ, ਦਿਨ ਨਹੀਂ ਹੈਗਾ। ਤਾਂ ਜੇ ਦਿਨ ਜ਼ਿੰਦਗੀ ਆ ਤਾਂ ਜ਼ਿੰਦਗੀ ਨੂੰ ਜਿਉਣਾ ਚਾਹੀਦਾ, ਜ਼ਿੰਦਗੀ ਨੂੰ ਮੰਨਣਾ ਚਾਹੀਦਾ, ਜ਼ਿੰਦਗੀ ਵਿੱਚ ਰੱਬ ਦਾ ਰੰਗ ਭਰਨਾ ਚਾਹੀਦਾ। ਇਹ ਫਿਰ ਇਵੇਂ ਜ਼ਿੰਦਗੀ ਨੂੰ ਜਿਉਵੋ। ਵਾਹਿਗੁਰੂ ਜੀ, ਸਾਰਾ ਦਿਨ ਮੈਂ ਕਿਸੇ ਨੂੰ ਦੁੱਖ ਨਾ ਦੇਵਾਂ, ਆਪ ਖੁਸ਼ ਰਹਾਂ, ਦੂਜਿਆਂ ਨੂੰ ਖੁਸ਼ ਰੱਖ ਸਕਾਂ। ਕਦੇ ਵੀ ਮੈਥੋਂ ਕੰਮ ਨਾ ਹੋਵੇ ਜਿਹੜਾ ਤੇਰੀ ਦਰਗਾਹ ਦੇ ਵਿੱਚ ਤੇਰੇ ਪਿਆਰਿਆਂ ਨੂੰ ਚੰਗਾ ਨਹੀਂ ਲੱਗਦਾ ਜਾਂ ਤੈਨੂੰ ਨਹੀਂ ਪਾਉਂਦਾ, ਮੈਂ ਉਹ ਕੰਮ ਕਦੇ ਨਾ ਕਰਾਂ। ਸੋ ਸੁਖੀਆ ਧਨ ਉਸ ਜਨਮਾਂ, ਨਾਨਕ ਤਿਸ ਬਲਿਹਾਰੀ। ਇਸ ਤਰ੍ਹਾਂ ਗੁਰੂ ਸਾਹਿਬ ਜੀ ਇਹ ਕਹਿੰਦੇ ਨੇ ਸਾਨੂੰ, ਇਨਸਾਨ ਜਿਹੜਾ ਹੈ ਉਹ ਹਉਮੈ ਵਿੱਚ ਆ ਕੇ ਬੜਾ ਕੁਝ ਬੋਲ ਦਿੰਦਾ ਵਾ। ਆਪਾਂ ਬਹੁਤ ਕੁਝ ਕਰ ਦਿੰਦੇ ਹਾਂ, ਉੱਚਾ ਨੀਵਾਂ ਬੋਲ ਜਾਂਦੇ ਹਾਂ। ਕਈ ਵਾਰ ਹਉਮੈ ਵਿੱਚ ਆ ਕੇ ਅਸੀਂ ਕਈ ਵਾਰ ਵਿਚਰਦੇ ਹਾਂ ਜ਼ਿਆਦਾ, ਜਿਸ ਕਰਕੇ ਉਹਦੇ ਨਾਲੋਂ ਦੂਰੀ ਪੈ ਜਾਂਦੀ ਰੱਬ ਨਾਲੋਂ। ਇਹ ਹਉਮੈ ਇੰਨੀ ਦੂਰ ਲੈ ਜਾਂਦੀ ਆ ਬੰਦੇ ਨੂੰ ਰੱਬ ਨਾਲੋਂ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਹਉਮੈ ਵਿੱਚ ਭਗਤ ਨਾ ਹੋਵੇ, ਹੰਕਾਰ ਨਾ ਵਿੱਚੋਂ ਜਾਏ। ਹਉਮੈ ਜਿਹੜੀ ਆ ਇਹਦੇ ਨਾਲ ਭਗਤੀ ਨਹੀਂ ਹੋ ਸਕਦੀ, ਹਉਮੈ ਦੇ ਵਿੱਚ ਆ ਕੇ ਸੇਵਾ ਨਹੀਂ ਹੋ ਸਕਦੀ। ਹਉਮੈ ਇਹੋ ਜਿਹੀ ਚੀਜ਼ ਆ, ਇਹ ਤੇ ਰੱਬ ਦਾ ਨਾਮ ਇਕੱਠੇ ਨਹੀਂ ਰਹਿ ਸਕਦੇ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਤਾਂ ਇਸ ਕਰਕੇ ਜਿੱਥੇ ਹਉਮੈ ਆ ਉੱਥੇ ਵਾਹਿਗੁਰੂ ਦਾ ਨਾਮ ਨਹੀਂ ਹੋ ਸਕਦਾ। ਜਿੱਥੇ ਵਾਹਿਗੁਰੂ ਦਾ ਨਾਮ ਹੈ ਉੱਥੇ ਹਉਮੈ ਨਹੀਂ ਹੋ ਸਕਦੀ। ਇੱਕ ਜਗ੍ਹਾ ਇੱਕ ਚੀਜ਼ ਹੀ ਟਿਕ ਸਕਦੀ ਹੈ, ਜਾਂ ਹਉਮੈ ਟਿਕਾ ਲਓ ਜਾਂ ਉਹਦਾ ਨਾਮ ਟਿਕਾ ਲਓ। ਇਹ ਗੁਰੂ ਸਾਹਿਬ ਜੀ ਨੇ ਦੱਸਿਆ। ਲੜੀਵਾਰ ਜਿਹੜੀ ਸਾਖੀ ਹੈ ਗੁਰੂ ਨਾਨਕ ਸਾਹਿਬ ਜੀ ਦੀ, ਉਹ ਆਪ ਜੀ ਹੁਣ ਸਰਵਣ ਕਰੋ। ਕਿਹਾ ਜਾਂਦਾ, ਸੁਲਤਾਨਪੁਰੋਂ ਜਿਹੜੀ ਬਰਾਤ ਚੜ੍ਹੀ ਸੀ ਬਟਾਲੇ ਵੱਲ, ਗੁਰਦਾਸਪੁਰ ਵੱਲ ਜਿਹਨੇ ਜਾਣਾ ਸੀ, ਉਹ ਜਦੋਂ ਜਾ ਰਹੀ ਆ ਉਹਦੇ ਵਿੱਚ ਪਿਆਰੇ ਜੀ ਜਿਹੜੇ ਨੇ ਘੋੜੀ 'ਤੇ ਬੈਠੇ ਹੋਏ ਨੇ, ਸਜੇ ਹੋਏ ਨੇ, ਸਜ ਫੱਬ ਕੇ ਪੀਲੇ ਰੰਗ ਦੀ ਦਸਤਾਰ ਬੰਨ੍ਹੀ ਆ। ਅਤੇ ਜੰਗਲ ਦੇ ਵਿੱਚ ਹਿਰਨ, ਚਿੜੀਆਂ, ਪੰਛੀ ਰੀਝਾਂ ਲਾ ਲਾ ਉਡੀਕ ਰਹੇ ਆ ਕਿ ਇੱਥੋਂ ਦੀ ਬਰਾਤ ਨੇ ਲੰਘਣਾ ਹੈ। ਜਦੋਂ ਬਰਾਤ ਆਈ ਆ, ਹਿਰਨ ਦੂਜਿਆਂ ਨੂੰ ਆਖਦਾ ਹੈ, ਇਹ ਤਾਂ ਉਹੀ ਹੈ, ਇਹ ਉਹੀ ਆ ਜਿਹਨੇ ਮੇਰੇ ਵਿੱਚ ਰੰਗ ਭਰੇ ਆ, ਜਿਹਨੇ ਮੈਨੂੰ ਇੰਨਾ ਸੋਹਣਾ ਬਣਾਇਆ। ਇਹ ਤਾਂ ਉਹੀ ਆ। ਸਾਰੇ ਪੰਛੀਆਂ ਨੂੰ ਹਿਰਨ ਆਖ ਰਿਹਾ। ਤਾਂ ਚਿੜੀ ਕਹਿਣ ਲੱਗੀ, ਮੇਰੀ ਵੀ ਗੱਲ ਸੁਣੋ, ਮੈਨੂੰ ਕੁਝ ਨਹੀਂ ਸੀ ਆਉਂਦਾ, ਨਾ ਚੋਗਾ ਚੁਗਣਾ, ਨਾ ਹੀ ਆਲ੍ਹਣਾ ਬਣਾਉਣਾ, ਨਾ ਹੀ ਆਪਦੇ ਬੱਚਿਆਂ ਨੂੰ ਪਾਲਣਾ। ਇਹ ਸਾਰੀ ਸੋਝੀ ਮੈਨੂੰ ਉਹ ਜੋ ਸਾਹਮਣੇ ਘੋੜੇ 'ਤੇ ਬੈਠੇ ਨੇ ਲਾੜੇ ਬਣ ਕੇ, ਨਾਨਕੀ ਦੇ ਵੀਰ ਨੇ ਮੈਨੂੰ ਦੱਸਿਆ ਵਾ ਕਿਵੇਂ ਚੋਗਾ ਚੁਗਣਾ ਹੈ, ਕਿਵੇਂ ਆਲ੍ਹਣਾ ਬਣਾਉਣਾ। ਹਿਰਨ ਕਹਿੰਦਾ, ਮੇਰੇ ਵਿੱਚ ਰੰਗ ਭਰਨ ਵਾਲੇ ਇਹੀ ਆ, ਮੈਨੂੰ ਇੰਨਾ ਸੋਹਣਾ ਬਣਾਉਣ ਵਾਲੇ ਇਹੀ ਆ। ਪੰਛੀ ਕਹਿਣ ਲੱਗੇ ਸਾਰੇ ਕਿ ਸਾਨੂੰ ਰਿਜ਼ਕ ਦੇਣ ਵਾਲਾ ਇਹੀ ਆ, ਜਿਹੜਾ ਆ ਅੱਜ ਸਿਹਰੇ ਬੰਨ੍ਹ ਕੇ ਇੱਦਾਂ ਤਿਆਰ ਹੋ ਕੇ ਵਿਆਹੁਣ ਜਾ ਰਿਹਾ ਹੈ ਮਾਤਾ ਸੁਲੱਖਣੀ ਨੂੰ। ਤਾਂ ਹਿਰਨਾਂ ਦੀਆਂ ਡਾਰਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਰੀਝਾਂ ਲਾ ਕੇ ਤੱਕਿਆ ਹੈ। ਪੰਛੀਆਂ ਨੇ ਸਾਰਿਆਂ ਨੇ ਅੱਜ ਤਿਆਰ ਹੋਏ ਗੁਰੂ ਨਾਨਕ ਜੀ ਨੂੰ, ਬਹੁਤ ਸੋਹਣੇ ਕੱਪੜੇ ਉਹਨਾਂ ਪਾਏ ਆ। ਅੱਜ ਉਹ ਲਾੜੇ ਬਣ ਕੇ ਜਾ ਰਹੇ ਆ ਮਾਤਾ ਸੁਲੱਖਣੀ ਜੀ ਨੂੰ। ਗੁਰਦਾਸਪੁਰ ਦੇ ਵਿੱਚ ਇਹ ਜਗ੍ਹਾ ਬਟਾਲੇ ਇਹਨੂੰ ਆਖਿਆ ਜਾਂਦਾ। 2 ਗੁਰਦੁਆਰਾ ਸਾਹਿਬ ਉੱਥੇ ਬਣੇ ਹੋਏ ਆ। ਇੱਕ ਗੁਰਦੁਆਰਾ ਡੇਰਾ ਸਾਹਿਬ ਅਤੇ ਦੂਸਰਾ ਹੈ ਗੁਰਦੁਆਰਾ ਕੰਧ ਸਾਹਿਬ। ਇਹ ਮਹਾਰਾਜ ਦੇ ਵਿਆਹ ਦੇ ਨਾਲ ਜੁੜੇ ਹੋਏ ਆ ਇਹਨਾਂ ਦੀਆਂ ਸਾਖੀਆਂ ਜਿਹੜੀਆਂ ਨੇ। ਇੱਦਾਂ ਫਿਰ ਬਰਾਤ ਜਿਹੜੀ ਆ ਬਿਆਸ ਤੋਂ ਹੁੰਦੀ ਹੋਈ ਖਡੂਰ ਸਾਹਿਬ ਪਹੁੰਚੀ ਆ। ਖਡੂਰ ਸਾਹਿਬ ਤੋਂ ਹੁੰਦੀ ਹੋਈ
ਬਟਾਲੇ ਇੱਕ ਹਵੇਲੀ ਸੀ, ਉੱਥੇ ਮਹਾਰਾਜ ਦੀ ਬਰਾਤ ਦਾ ਠਹਿਰਾਓ ਕਰਵਾਇਆ ਗਿਆ। ਮੂਲ ਚੰਦ ਜੀ ਨੂੰ ਬੜਾ ਚਾਅ ਹੋਇਆ ਕਿ ਬਰਾਤ ਪਹੁੰਚ ਗਈ ਆ, ਤਾਂ ਉਹ ਅੱਗੋਂ ਆ ਕੇ ਉੱਥੋਂ ਦਾ ਚੌਧਰੀ ਸੀ ਅਜਿੱਤਾ ਰੰਧਾਵਾ, ਉਹਨੂੰ ਨਾਲ ਲੈ ਕੇ ਆਉਂਦੇ ਨੇ। ਇਸ ਤਰ੍ਹਾਂ ਹੋਰ ਬਹੁਤ ਸਾਰੇ ਸੱਜਣ ਬਰਾਤ ਵਿੱਚ ਨੇ, ਜਿਵੇਂ ਕਿ ਭਾਈਆ ਜੈ ਰਾਮ ਜੀ ਹੈਗੇ ਨੇ, ਉਹ ਵੀ ਸਜੇ ਹੋਏ ਆ, ਤਿਆਰ ਹੋਏ ਨੇ। ਉਹਨਾਂ ਦੇ ਪਿਤਾ ਜੀ ਪਰਮਾਨੰਦ ਜੀ ਨੇ। ਕਈ ਇਤਿਹਾਸਕਾਰ ਕਹਿੰਦੇ ਭਾਈ ਮਰਦਾਨਾ ਜੀ ਵੀ ਆਏ ਨੇ ਅਤੇ ਭਾਈ ਬਾਲਾ ਜੀ ਵੀ ਆਏ। ਭਾਈ ਬਾਲਾ ਜੀ ਆਪਦੀ ਜਨਮ ਸਾਖੀ 'ਚ ਲਿਖਦੇ ਨੇ, ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਜਨਮ ਸਾਖੀ ਆ ਉਹਨਾਂ ਦੀ, ਕਿ ਗੁਰੂ ਨਾਨਕ ਸਾਹਿਬ ਜੀ ਨੇ ਮੈਨੂੰ ਕੁਝ ਰੁਪਈਏ ਵੀ ਦਿੱਤੇ, ਧੱਕੇ ਨਾਲ ਮੇਰੇ ਖੀਸੇ ਵਿੱਚ ਪਾ ਕੇ ਮੈਨੂੰ ਆਪਦੇ ਨਾਲ ਰਲਾ ਲਿਆ। ਕਹਿੰਦੇ ਇਹ ਬਰਾਤ ਉਹ ਆ ਜਿਹਦੇ ਵਿੱਚ ਬਰਾਤੀ ਜਿਹੜੇ ਨੇ ਤਿਆਰ ਹੋ ਕੇ ਆਏ ਉਹ ਤਾਂ ਥੋੜ੍ਹੇ ਹੀ ਆ, ਸਾਧੂ ਜ਼ਿਆਦਾ ਨੇ, ਸਾਧੂ ਸੰਤ ਜ਼ਿਆਦਾ ਨੇ। ਤਾਂ ਇਸ ਕਰਕੇ ਉਹ ਸਾਹਮਣੇ ਵਾਲਾ ਜਿਹੜਾ ਪਰਿਵਾਰ ਸੀ ਉਹਨੂੰ ਫਿਕਰ ਪੈ ਗਿਆ ਕਿ ਮੁੰਡਾ ਤਾਂ ਕੋਈ ਸਾਧੂ ਲੱਗਦਾ ਹੈ, ਇਹ ਕੋਈ ਸਾਧੂ ਜਾਣਾ, ਇਹ ਤਾਂ ਕੋਈ ਫਕੀਰ ਲੱਗਦਾ, ਵੀ ਫਕੀਰ ਨਾਲ ਕੁੜੀ ਤੋਰਨ ਲੱਗੇ ਆ। ਲੋਕ ਐਵੇਂ ਦੀਆਂ ਗੱਲਾਂ ਵੀ ਕਰਦੇ ਬਟਾਲੇ ਵਿੱਚ। ਅਤੇ ਉੱਥੇ ਇੱਕ ਕੱਚੀ ਕੰਧ ਸੀ, ਮੀਂਹ ਬਹੁਤ ਪਿਆ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਦੇ ਆਨੰਦ ਕਾਰਜ ਹੋਣੇ ਸੀਗੇ। ਇਤਿਹਾਸਕਾਰ ਕਹਿੰਦੇ ਬਹੁਤ ਜ਼ਿਆਦਾ ਵਰਖਾ ਹੋਈ ਆ ਅਤੇ ਉਹ ਕੱਚੀ ਕੰਧ ਡਿੱਗਣ ਵਾਲੀ ਹੋ ਗਈ। ਇੱਥੇ ਅੱਜ ਗੁਰਦੁਆਰਾ ਕੰਧ ਸਾਹਿਬ ਹੈ। ਗੁਰੂ ਨਾਨਕ ਸਾਹਿਬ ਜੀ ਉਸ ਕੰਧ ਦੇ ਲਾਗੇ ਜਾ ਕੇ ਬੈਠੇ ਸੀਗੇ। ਇੱਕ ਬਜ਼ੁਰਗ ਮਾਤਾ ਨੂੰ ਤਰਸ ਆ ਗਿਆ ਕਿ ਕਿਤੇ ਖੌਰੇ ਇਹ ਨਾ ਹੋਵੇ ਕਿ ਇਹ ਕੰਧ ਗੁਰੂ ਨਾਨਕ ਸਾਹਿਬ ਜੀ 'ਤੇ ਡਿੱਗ ਪਵੇ ਅਤੇ ਕੋਈ ਨੁਕਸਾਨ ਹੋ ਜੇ। ਅੱਜ ਇਹ ਵਿਆਹ ਕਰਵਾਉਣ ਆਏ ਨੇ ਇੱਥੇ ਇਸ ਜਗ੍ਹਾ ਦੇ ਉੱਪਰ। ਤਾਂ ਉਹ ਆ ਕੇ ਕਹਿਣ ਲੱਗੀ, ਪੁੱਤਰ ਜੀ ਇੱਥੋਂ ਉੱਠ ਖੜੋ, ਇਹ ਕੰਧ ਕੱਚੀ ਆ, ਇਹ ਹਵੇਲੀ ਦੀ ਕੰਧ ਕੱਚੀ ਆ ਜਿੱਥੇ ਬਰਾਤ ਦਾ ਢਕਾਓ ਕੀਤਾ। ਕਹਿਣ ਲੱਗੇ ਇੱਥੋਂ ਉੱਠ ਖੜੋ, ਇਹ ਨਾ ਹੋਵੇ ਕੰਧ ਤੁਹਾਡੇ 'ਤੇ ਡਿੱਗ ਪਏ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਮਾਤਾ ਜੀ ਨੂੰ ਪਿਆਰ ਦੇ ਨਾਲ, ਮਾਤਾ ਜੀ ਇਹ ਕੰਧ ਸਾਡੇ ਵਿਆਹ ਦੀ ਨਿਸ਼ਾਨੀ ਰਹੇਗੀ। ਮਾਤਾ ਸੁਲੱਖਣੀ ਜੀ ਨਾਲ ਜਿਹੜਾ ਵਿਆਹ ਹੋਣਾ ਸੀ, ਕਹਿਣ ਦਾ ਭਾਵ ਆਖਿਆ ਇਹ ਸਾਡੇ ਵਿਆਹ ਦੀ ਨਿਸ਼ਾਨੀ ਰਹੂਗੀ, ਕਦੇ ਵੀ ਇਹ ਕੰਧ ਨਹੀਂ ਡਿੱਗੂਗੀ। ਅੱਜ ਵੀ ਫਿਰ ਉੱਥੇ ਜਿਹੜੀ ਕੰਧ ਆ ਉਹਨੂੰ ਫਰੇਮ ਦੇ ਵਿੱਚ ਜੜਿਆ ਹੋਇਆ। ਬਟਾਲੇ ਦੇ ਵਿੱਚ ਜਦੋਂ ਤੁਸੀਂ ਜਾਓਗੇ, ਰੇਲਵੇ ਸਟੇਸ਼ਨ ਤੋਂ ਤਾਂ 1.5 ਕਿਲੋਮੀਟਰ ਹੈ ਗੁਰਦੁਆਰਾ ਸਾਹਿਬ, ਬੱਸ ਸਟੈਂਡ ਤੋਂ 1 ਕਿਲੋਮੀਟਰ ਆ ਇਹ। ਇਸ ਤਰ੍ਹਾਂ ਹੀ ਗੁਰਦੁਆਰਾ ਸਾਹਿਬ ਕੰਧ ਸਾਹਿਬ ਬਣਿਆ ਹੋਇਆ ਉੱਥੇ, ਅਤੇ ਫਰੇਮ ਦੇ ਵਿੱਚ ਜੜ ਕੇ ਉਹ ਕੰਧ ਰੱਖੀ ਹੋਈ ਆ। ਅੱਜ ਵੀ ਉਹ ਕੰਧ ਉਵੇਂ ਹੀ ਆ। ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਮਾਤਾ ਜੀ ਇਹ ਕੰਧ ਹੀ ਤਾਂ ਸਾਡੇ ਵਿਆਹ ਦੀ ਨਿਸ਼ਾਨੀ ਆ, ਭਾਵੇਂ ਕੱਚੀ ਆ ਪਰ ਖੜੀ ਰਹੂਗੀ, ਕੰਧ ਨਹੀਂ ਡਿੱਗੇਗੀ। ਗੁਰੂ ਨਾਨਕ ਸਾਹਿਬ ਜੀ ਦੇ ਵਾਕ ਸੱਚੇ ਹੋਏ। ਉਹ ਕੰਧ ਫਿਰ ਗੁਰਦੁਆਰਾ ਕੰਧ ਸਾਹਿਬ ਉੱਥੇ ਸੁਸ਼ੋਭਿਤ ਹੋਇਆ। ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਇਹ 20 ਸਾਲ ਦੀ ਉਮਰ ਵਿੱਚ ਵਿਆਹ ਹੋਇਆ ਵਾ, 19 ਸਾਲ ਦੀ ਉਮਰ 'ਚ ਸਗਾਈ ਹੋਈ ਸੀਗੀ। 1 ਸਾਲ ਸਗਾਈ ਤੋਂ ਬਾਅਦ ਵਿਆਹ ਹੁੰਦਾ ਗੁਰੂ ਨਾਨਕ ਜੀ ਦਾ। ਤਾਂ ਇਹ ਕੰਧ ਜਿਹੜੀ ਆ ਉਦੋਂ ਤੋਂ ਲੈ ਕੇ ਅੱਜ ਤੱਕ ਉਵੇਂ ਹੀ ਆ ਉੱਥੇ ਬਣੀ ਹੋਈ। ਤਾਂ ਗੁਰਦੁਆਰਾ ਡੇਰਾ ਸਾਹਿਬ ਜਿੱਥੇ ਆਨੰਦ ਕਾਰਜ ਹੋਏ ਮਹਾਰਾਜ ਦਾ, ਸ਼ਾਦੀ ਹੋਈ ਆ, ਵਿਆਹ ਹੋਇਆ, ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੂੰ ਸਜਾਇਆ ਗਿਆ। ਬਹੁਤ ਹੀ ਖੂਬਸੂਰਤ, ਬਹੁਤ ਹੀ ਪਿਆਰੇ ਮਾਤਾ ਸੁਲੱਖਣੀ ਜੀ ਨੂੰ ਤਿਆਰ ਕਰਕੇ ਲਿਆਂਦਾ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਦੀ ਇਹ ਵਿਆਹ ਦੀ ਜਿਹੜੀ ਰਸਮ ਆ ਇਹ ਮੁਕੰਮਲ ਹੋਈ ਆ। ਮਠਿਆਈਆਂ ਵੰਡੀਆਂ ਗਈਆਂ ਸਭ ਦੇ ਵਿੱਚ, ਖੁਸ਼ੀਆਂ ਮਨਾਈਆਂ ਗਈਆਂ, ਸਭ ਨੇ ਬੜਾ ਚਾਅ ਕੀਤਾ, ਸਭ ਤੋਂ ਵੱਧ ਚਾਅ ਤੇ ਪਟਵਾਰੀ ਸਾਹਿਬ ਜੀ ਪਿਤਾ ਜੀ ਕਲਿਆਣ ਚੰਦ ਜੀ ਨੂੰ ਹੋ ਰਿਹਾ। ਕਿਹਾ ਜਾਂਦਾ ਨਵਾਬ ਸਾਹਿਬ ਵੀ ਆਏ ਸੀ ਨਾਲ, ਦੌਲਤ ਖਾਂ ਵੀ ਆਏ ਸੀ, ਰਾਏ ਬਲਾਰ ਜੀ ਵੀ ਕਿਵੇਂ ਰਹਿ ਸਕਦੇ ਸੀਗੇ ਵੀ ਗੁਰੂ ਨਾਨਕ ਸਾਹਿਬ ਦੇ ਵਿਆਹ 'ਚ ਨਾ ਆਉਂਦੇ, ਉਹ ਵੀ ਆਏ ਸੀ, ਸਾਧੂ ਸੰਤ ਵੀ ਆਏ ਸੀ। ਤਾਂ ਲੋਕ ਕਹਿ ਰਹੇ ਸੀ ਇਹ ਜਿਹੜਾ ਮੂਲ ਚੰਦ ਤੇ ਚੰਦੋ ਰਾਣੀ ਆ, ਸੱਸ ਤੇ ਸਹੁਰਾ ਸਾਹਿਬ ਦਾ ਨਾਮ ਗੁਰੂ ਨਾਨਕ ਸਾਹਿਬ ਜੀ ਦੇ, ਤੇ ਕਹਿਣ ਲੱਗੇ ਵੀ ਇਹਨਾਂ ਨੇ ਤਾਂ ਕਿਸੇ ਸੰਤ ਨਾਲ ਆਪਦੀ ਲੜਕੀ ਵਿਆਹਦੀ ਆ, ਇਉਂ ਲੱਗਦਾ ਇਹ ਤਾਂ ਕੋਈ ਸੰਤ ਲੱਗਦਾ, ਇਹ ਤਾਂ ਕੋਈ ਸਾਧੂ ਲੱਗਦਾ ਹੈ, ਇਹ ਬਰਾਤੀ ਥੋੜ੍ਹੇ ਆ, ਸਾਧੂ ਸੰਤ ਵੱਧ ਲੈ ਕੇ ਆਇਆ ਹੈ। ਤਾਂ ਇਹ ਗੱਲਾਂ ਗੁਰੂ ਨਾਨਕ ਸਾਹਿਬ ਦੇ ਵਿਆਹ ਨਾਲ ਜੁੜੀਆਂ ਨੇ। ਤਾਂ ਇਸ ਤਰ੍ਹਾਂ ਫਿਰ ਜਦੋਂ
ਵਿਆਹ ਕੇ ਲੈ ਕੇ ਆਉਣਾ ਸੀ ਵਾਪਸ। 2-3 ਦਿਨ ਬਰਾਤ ਉੱਥੇ ਰਹੀ ਆ। ਪੁਰਾਣਾ ਜ਼ਮਾਨਾ। ਜਦੋਂ ਵਾਪਸ ਡੋਲੀ ਤੁਰੀ ਆ, ਉਦੋਂ ਫਿਰ ਮੂਲ ਚੰਦ ਜੀ ਕਹਿਣ ਲੱਗੇ ਕਲਿਆਣ ਚੰਦ ਜੀ ਨੂੰ ਕਿ ਅਸੀਂ ਆਪਣੀ ਧੀ ਦਿੱਤੀ ਹੈ ਆਪ ਜੀ ਨੂੰ, ਇਹਨੂੰ ਤੁਸੀਂ ਇੱਦਾਂ ਹੀ ਧੀ ਬਣਾ ਕੇ ਰੱਖਣਾ। ਸਾਡੇ ਕੋਲ ਹੋਰ ਕੁਝ ਦੇਣ ਨੂੰ ਕੁਝ ਵੀ ਨਹੀਂ, ਅਸੀਂ ਤਾਂ ਇਹੀ ਦੇ ਸਕਦੇ ਹਾਂ। ਤਾਂ ਅੱਗੋਂ ਉਹਨਾਂ ਨੇ ਜਵਾਬ ਦਿੱਤਾ ਹੈ, ਵਾਹਿਗੁਰੂ ਪਰਮੇਸ਼ਰ ਦਾ ਦਿੱਤਾ ਹੋਇਆ ਸਭ ਕੁਝ ਹੈ, ਤੁਸੀਂ ਇਹ ਆਪਣੀ ਧੀ ਦਾ ਡੋਲਾ ਤੋਰਿਆ ਹੈ ਤਾਂ ਸਮਝ ਲਓ ਸਭ ਕੁਝ ਦੇ ਦਿੱਤਾ। ਜਿਸ ਨੇ ਧੀ ਦੇ ਦਿੱਤੀ ਤਾਂ ਪਿੱਛੇ ਕੀ ਰਹਿ ਗਿਆ। ਤੇ ਨਵਾਬ ਦੌਲਤ ਖਾਂ, ਰਾਏ ਬਲਾਰ, ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਕਹਿੰਦੇ ਮੈਂ ਉੱਥੇ ਸੀਗਾ। ਗੁਰੂ ਨਾਨਕ ਸਾਹਿਬ ਜੀ ਨੇ ਆਪਦੇ ਕੋਲ ਕੋਈ ਪੈਸਾ ਨਹੀਂ ਰੱਖਿਆ। ਜਿਹੜੇ ਇਹਨਾਂ ਨੂੰ ਦਿੱਤੇ ਸੀ ਉਹ ਮੇਰੇ ਖੀਸੇ 'ਚ ਪਾ ਦਿੱਤੇ। ਆਪਣਾ ਚੋਲਾ ਜਿਹੜਾ ਸੀਗਾ ਬਹੁਤ ਸੋਹਣਾ ਜੀ ਤੇ ਕਢਾਈ ਸੀਗੀ, ਉਹ ਪਰ ਭਾਈ ਮਰਦਾਨਾ ਜੀ ਨੂੰ ਦੇਤਾ ਸੀਗਾ, ਸਗਾਈ ਵਾਲਾ ਚੋਲਾ। ਇਸ ਤਰ੍ਹਾਂ ਇੰਨਾ ਪਿਆਰ ਵੰਡਦੇ ਗਏ। ਜਦੋਂ ਵਾਪਸ ਵਿਆਹ ਕੇ ਆਏ ਆ, ਵਾਪਸ ਮੁੜੇ ਨੇ, ਸੁਲਤਾਨਪੁਰ ਆਉਣੀ ਸੀ ਬਰਾਤ। ਤੇ ਉਸ ਤੋਂ ਬਾਅਦ ਫਿਰ ਉਹ ਹਿਰਨ ਤੇ ਉਹ ਚਿੜੀਆਂ ਫਿਰ ਕਹਿ ਰਹੀਆਂ ਨੇ ਕਿ ਇਹ ਤਾਂ ਉਹ ਜਾ ਰਿਹਾ ਜਿਹਨੇ ਸਾਡੇ 'ਚ ਰੰਗ ਭਰੇ ਆ। ਹਿਰਨ ਕਹਿ ਰਿਹਾ, ਜਿਹਨੇ ਮੈਨੂੰ ਇੰਨਾ ਸੋਹਣਾ ਬਣਾਇਆ। ਲੋਕ ਕਹਿੰਦੇ ਆ ਮੈਂ ਇੰਨਾ ਸੋਹਣਾ, ਹਿਰਨ ਦੀਆਂ ਅੱਖਾਂ ਕਿੰਨੀਆਂ ਸੋਹਣੀਆਂ ਨੇ, ਹਿਰਨੀ ਕਿੰਨੀ ਸੋਹਣੀ ਚਾਲ ਚੱਲਦੀ ਆ। ਉਹ ਕਹਿੰਦੇ ਸਾਨੂੰ ਨਹੀਂ ਤੁਰਨਾ ਆਉਂਦਾ ਐਵੇਂ। ਮੋਰ ਕਹਿੰਦਾ ਮੈਨੂੰ ਪੈਲ ਨਹੀਂ ਪਾਉਣੀ ਆਉਂਦੀ। ਆ ਜੋ ਨਾਨਕੀ ਦਾ ਵੀਰ ਘੋੜੀ 'ਤੇ ਸਜ ਕੇ ਬੈਠਾ, ਦੁਲਹਾ ਬਣ ਕੇ ਬੈਠਾ, ਲਾੜਾ ਬਣ ਕੇ ਬੈਠਾ। ਲੋਕ ਨਹੀਂ ਜਾਣਦੇ ਵੀ ਇਹਨੇ ਸਾਨੂੰ ਸਭ ਕੁਝ ਸਿਖਾਇਆ। ਚਿੜੀਆਂ ਕਹਿੰਦੀਆਂ ਸਾਨੂੰ ਇੰਨੀ ਸੋਝੀ ਨਹੀਂ ਹੈਗੀ, ਲੋਕਾਂ ਨੂੰ ਪਤਾ ਹੀ ਨਹੀਂ ਵੀ ਆਲਣਾ ਸਾਨੂੰ ਤਾਂ ਬਣਾਉਣਾ ਹੀ ਨਹੀਂ ਸੀ ਆਉਂਦਾ, ਨਾ ਚੋਗਾ ਚੁਗਣਾ ਸਾਨੂੰ ਆਉਂਦਾ। ਇਹ ਤਾਂ ਨਾਨਕੀ ਦਾ ਵੀਰ ਤੇ ਤ੍ਰਿਪਤਾ ਜੀ ਦਾ ਪੁੱਤਰ, ਪਟਵਾਰੀ ਦਾ ਜਿਹੜਾ ਬੇਟਾ ਹੈ, ਇਹਨੇ ਸਾਨੂੰ ਸਿਖਾਇਆ। ਸਾਨੂੰ ਤਾਂ ਕੁਝ ਵੀ ਨਹੀਂ ਸੀ ਆਉਂਦਾ। ਤਾਂ ਮੋਰ ਤੇ ਪੰਛੀ, ਬਾਕੀ ਜਾਨਵਰ, ਹਿਰਨ ਹਿਰਨੀਆਂ ਸਾਰੇ ਗੱਲਾਂ ਕਰ ਰਹੇ ਆ ਕਿ ਬਲਹਾਰੀ ਕੁਦਰਤ ਵਸਿਆ। ਆ ਗੁਰੂ ਨਾਨਕ ਜੀ ਦੀਆਂ ਸਾਰੀਆਂ ਰਹਿਮਤਾਂ ਨੇ ਇਹ ਜੋ ਹੋਇਆ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਹੋਇਆ ਬਟਾਲਾ ਗੁਰਦਾਸਪੁਰ ਦੇ ਵਿੱਚ। ਉੱਥੇ ਇਹ ਸ਼ਹਿਰ ਬਣਿਆ ਹੋਇਆ ਵਾ, 2 ਗੁਰਦੁਆਰਾ ਸਾਹਿਬ ਬਣੇ ਹੋਏ ਆ। ਮਾਲਕ ਕਿਰਪਾ ਕਰੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸਕ ਦਿਨ ਹੁੰਦੇ ਆ, ਉੱਥੇ ਮਠਿਆਈਆਂ ਬਹੁਤ ਵੰਡੀਆਂ ਜਾਂਦੀਆਂ ਬਟਾਲੇ ਵਿੱਚ, ਉਹਨੂੰ ਸੋਹਣਾ ਸਜਾਇਆ ਜਾਂਦਾ। ਗੁਰਦੁਆਰਾ ਕੰਧ ਸਾਹਿਬ ਉੱਥੇ ਬਣਿਆ ਹੋਇਆ, ਗੁਰਦੁਆਰਾ ਡੇਰਾ ਸਾਹਿਬ ਉੱਥੇ ਬਣਿਆ ਹੋਇਆ। ਸੰਗਤਾਂ ਜਾ ਕੇ ਨਤਮਸਤਕ ਹੁੰਦੀਆਂ ਨੇ। ਗੁਰੂ ਸਾਹਿਬ ਜੀ ਦੀ ਉਹ ਯਾਦ ਅੱਜ ਵੀ ਉੱਥੇ ਕੰਧ ਪਈ ਆ, ਉਵੇਂ ਹੀ ਮਹਾਰਾਜ ਦੀ ਸਜਾ ਕੇ ਰੱਖੀ ਆ। ਵੈਸੇ ਪੁਰਾਤਨ ਇਮਾਰਤਾਂ ਹੁਣ ਜ਼ਿਆਦਾ ਆਪਣੇ ਜਿਹੜੇ ਆ ਪਤਾ ਨਹੀਂ ਕੀ ਉਹਨਾਂ ਦੇ ਮਨ ਵਿੱਚ ਹੈ, ਜੋ ਵਾਹਿਗੁਰੂ ਦਾ ਹੁਕਮ ਆ ਉਹ ਜ਼ਿਆਦਾ ਢਾਹ ਦਿੰਦੇ ਆ ਤੇ ਨਵਾਂ ਮਾਰਬਲ ਲਾ ਦਿੰਦੇ ਆ। ਵੈਸੇ ਸਹੀ ਅਸੂਲ ਇਹ ਬਣਦਾ ਹੈ ਵੀ ਉਹ ਯਾਦਾਂ ਨੂੰ ਉਵੇਂ ਰੱਖਣਾ ਚਾਹੀਦਾ ਹੈ। ਥੋੜ੍ਹਾ ਜਿਹਾ ਹਟ ਕੇ ਕੋਈ ਜਗ੍ਹਾ ਲੈ ਕੇ, ਮਾਇਆ ਦੀ ਕੋਈ ਕਮੀ ਨਹੀਂ ਹੈਗੀ। ਸਿੱਖਾਂ ਬਹੁਤ ਚੜ੍ਹਦੀ ਕਲਾ ਵਾਲੇ ਸਿੱਖ ਪਏ ਆ, ਬਹੁਤ ਚੜ੍ਹਦੀ ਕਲਾ ਵਾਲੇ। ਤਾਂ ਉਹ ਸਥਾਨ ਨੂੰ ਉਵੇਂ ਰੱਖਣਾ ਹੁੰਦਾ। ਅਸੀਂ ਤਾਂ ਨਵੀਂ ਜਗ੍ਹਾ ਲੈ ਕੇ ਉੱਥੇ ਸੁਸ਼ੋਭਿਤ ਕਰਨੇ ਚਾਹੀਦੇ ਆ। ਨਵੀਆਂ ਇਮਾਰਤਾਂ, ਪੁਰਾਣੀਆਂ ਇਮਾਰਤਾਂ ਨੂੰ ਢਾਉਣਾ ਨਹੀਂ ਚਾਹੀਦਾ। ਵੈਸੇ ਇਹ ਉਹ ਯਾਦਾਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਸਾਡੇ ਸਾਹਿਬ ਦੀਆਂ ਯਾਦਾਂ ਜੁੜੀਆਂ ਨੇ। ਜਦੋਂ ਅਸੀਂ ਜਾਂਦੇ ਹਾਂ ਫਿਰ ਉਹ ਸਾਨੂੰ ਹਲੂਣਾ ਮਾਰਦੀਆਂ ਅੰਦਰੋਂ। ਤਾਂ ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾਂ, ਨਾਨਕ ਤਿਸ ਬਲਹਾਰੀ। ਤਾਂ ਉਹ ਧਨ ਹੈ ਜਿਹਨੇ ਇਸ ਦੁਨੀਆ 'ਤੇ ਆ ਕੇ ਇਹ ਸਮਝ ਲਿਆ ਕਿ ਮੋਰ ਵਿੱਚ ਚਿੱਤਰਕਾਰੀ ਕਰਨ ਵਾਲਾ ਗੁਰੂ ਨਾਨਕ ਸਾਹਿਬ ਹੈ। ਉਹ ਨੇ ਸਾਹਿਬ ਨੇ, ਉਹਦਾ ਜੀਵਨ ਧਨ ਆ। ਜਿਹਨੇ ਸਮਝ ਲਿਆ ਕਿ ਚਿੜੀਆਂ ਨੂੰ ਆਲਣਾ ਪਾਉਣ ਦੀ ਸੋਝੀ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ੀ ਆ। ਉਹ ਧਨ ਹੈ ਜਿਹਨੇ ਸਮਝ ਲਿਆ ਕਿ ਇਹ ਪੰਛੀ ਜਿਹੜੇ ਨੇ ਜਾਂ ਮੱਛੀਆਂ ਜਿਹੜੀਆਂ ਨੇ ਪਾਣੀ ਵਿੱਚ ਜਿਵੇਂ ਰਹਿੰਦੀਆਂ ਟਹਿਲਦੀਆਂ ਨੇ, ਇਹਨਾਂ ਵਿੱਚ ਭਰੇ ਹੋਏ ਰੰਗ, ਇਹ ਮੀਨਾਕਾਰੀ ਚਿੱਤਰਕਾਰੀ, ਇੱਕ ਇੱਕ ਪੱਤਾ ਕਿਵੇਂ ਖਿੜਦਾ, ਫੁੱਲਾਂ ਨੂੰ ਕੌਣ ਦੱਸਦਾ ਕਿਵੇਂ ਖਿੜਨਾ ਹੈ, ਧਰਤੀ ਨੂੰ ਕੌਣ ਦੱਸਦਾ ਗੋਲ ਘੁੰਮਣਾ ਵਾ। ਤੇ ਇਸ ਤਰ੍ਹਾਂ ਸੂਰਜ ਦਿਵਾਲੇ ਚੱਕਰ ਲਾਉਣੇ ਆ, ਚੰਦ ਨੂੰ ਕੌਣ ਦੱਸਦਾ ਵੀ ਪ੍ਰਕਾਸ਼ ਕਰਨਾ, ਠੰਡ ਵਰਤਾਉਣੀ ਹੈ।
ਸੂਰਜ ਨੂੰ ਕੌਣ ਦੱਸਦਾ ਤੂੰ ਸਮਾਂ ਹੋ ਗਿਆ ਤੇਰਾ ਚੜ੍ਹਨਾ ਹੈ, ਕਿਵੇਂ ਦੱਸਦਾ ਵੀ ਸਮਾਂ ਹੋ ਗਿਆ ਛਿਪਣਾ। ਇਹ ਸਾਰੀਆਂ ਚੀਜ਼ਾਂ ਪਿੱਛੇ ਜਦੋਂ ਤੁਸੀਂ ਇੱਕ ਨੂੰ ਮਹਿਸੂਸ ਕਰਦੇ ਹੋ, ਜਿਵੇਂ ਉਹ ਹਿਰਨ ਤੇ ਚਿੜੀਆਂ ਕਹਿ ਰਹੇ ਆ ਕਿ ਇਹ ਲੋਕ ਸਮਝਦੇ ਆ ਕਿ ਸਾਨੂੰ ਅਸੀਂ ਵੱਖ-ਵੱਖ ਹਾਂ, ਹੈਗੇ ਅਸੀਂ ਇੱਕ ਹੀ ਹਾਂ, ਸਭ ਦੇ ਵਿੱਚ ਸਭ ਮੈਂ ਜੋਤ ਜੋਤ ਹੈ ਸੋਏ, ਤਾਂ ਭਟਕੇ ਹੋਏ ਆ। ਇਹ ਸਭ ਨਾਨਕੀ ਦਾ ਵੀਰ ਕਰ ਰਿਹਾ। ਜਦੋਂ ਤੁਸੀਂ ਇੱਕ ਨੂੰ ਉਹਦੇ ਵਿੱਚ ਮਹਿਸੂਸ ਕਰਦੇ ਹੋ, ਉਸ ਦਿਨ ਤੁਸੀਂ ਇੱਕ ਨਾਲ ਜੁੜਦੇ ਹੋ। ਜਦੋਂ ਤੁਸੀਂ ਕਹਿੰਦੇ ਹੋ ਉਹ ਮੇਰਾ ਸ਼ਰੀਕ ਆ, ਉਹ ਬੇਗਾਨਾ ਹੈ, ਉਹ ਓਪਰਾ ਹੈ, ਉਹ ਤੀਜਾ ਹੈ, ਉਹ ਦੂਜਾ ਹੈ, ਉਹ ਚੌਥਾ ਹੈ, ਉਦੋਂ ਫਿਰ ਇਹ ਚੀਜ਼ਾਂ ਕਦੇ ਵੀ ਤੁਹਾਡੇ ਮਨ ਨੂੰ ਇੱਕ ਨਹੀਂ ਕਰਦੀਆਂ, ਸਗੋਂ ਟੁਕੜੇ ਟੁਕੜੇ ਆਦਮੀ ਹੋ ਰਿਹਾ ਹੈ। ਜਿੰਨੀਆਂ ਅਸੀਂ ਵੰਡੀਆਂ ਪਾਈ ਜਾਂਦੇ ਹਾਂ, ਓਨੇ ਅਸੀਂ ਅੰਦਰੋਂ ਟੁਕੜੇ ਟੁਕੜੇ ਹੋਈ ਜਾਂਦੇ ਹਾਂ। ਜਿੰਨਾ ਅਸੀਂ ਗੁਰੂ ਨਾਨਕ ਦੀ ਬਾਣੀ ਪੜ੍ਹੀ ਜਾਂਦੇ ਹਾਂ, ਓਨੇ ਅਸੀਂ ਇੱਕ ਹੋਈ ਜਾਂਦੇ ਹਾਂ। ਤਾਂ ਸਾਰਿਆਂ ਵਿੱਚ ਉਹ ਵਰਤ ਰਿਹਾ ਹੈ। ਕਿਸੇ ਦਾ ਵੀ ਕਦੇ ਭੁੱਲ ਕੇ ਦਿਲ ਨਾ ਤੋੜੋ, ਕਦੇ ਵੀ ਕਿਸੇ ਨੂੰ ਉੱਚੀ ਨਾ ਬੋਲੋ। ਸਭ ਦੇ ਅੰਦਰ ਗੁਰੂ ਨਾਨਕ ਦਾ ਵਾਸ ਆ। ਇਸ ਤਰ੍ਹਾਂ ਗੁਰੂ ਨਾਨਕ ਜੀ ਦਾ ਵਿਆਹ ਹੋਇਆ। ਮਾਤਾ ਸੁਲੱਖਣੀ ਜੀ ਨੂੰ ਵਿਆਹ ਕੇ ਉਹ ਆਪਣੇ ਸੁਲਤਾਨਪੁਰ ਹੀ ਆਏ ਆ। ਤਲਵੰਡੀ ਨਹੀਂ ਗਈ ਬਰਾਤ, ਕਿਉਂਕਿ ਮੋਦੀ ਖਾਨਾ ਉੱਥੇ ਕਰਦੇ ਸੀ ਨਾ ਕਾਰ ਮੋਦੀ ਦੀ, ਅਤੇ ਉੱਥੇ ਭਾਈ ਵੀਰ ਸਿੰਘ ਜੀ ਲਿਖਦੇ ਆ ਵੀ ਉੱਥੇ ਆਈ ਆ ਬਰਾਤ। ਕਵੀ ਸੰਤੋਖ ਸਿੰਘ ਜੀ ਵੀ ਕਹਿੰਦੇ ਆ ਬਰਾਤ ਸੁਲਤਾਨਪੁਰ ਆਈ ਆ, ਤਲਵੰਡੀ ਨਹੀਂ ਗਈ ਸੀ। ਰਾਏ ਭੋਏ ਦੀ ਤਲਵੰਡੀ, ਸੁਲਤਾਨਪੁਰ ਜਿੱਥੇ ਮੋਦੀ ਦਾ ਕਾਰ ਕਰਦੇ ਸੀਗੇ, ਉੱਥੇ ਬਰਾਤ ਆ ਕੇ ਢੁੱਕੀ ਆ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਆਪਣੀ ਭੈਣ ਦੇ ਘਰੇ ਨਹੀਂ ਰਹੇ। ਕਹਿਣ ਲੱਗੇ ਭੈਣ ਜੀ ਹੁਣ ਮੈਂ ਵੱਖਰਾ ਕਰ ਲਵਾਂਗਾ, ਉੱਥੇ ਰਿਹਾ ਕਰਾਂਗਾ। ਤਾਂ ਉਹਨਾਂ ਨੇ ਬਹੁਤ ਆਖਿਆ, ਜੈ ਰਾਮ ਨੇ ਤੁਸੀਂ ਇੱਦਾਂ ਨਾ ਕਰੋ। ਉਹ ਕਹਿੰਦੇ ਨਹੀਂ, ਮੈਂ ਆਪਦਾ ਵੱਖਰਾ ਰਵਾਂਗਾ, ਹੁਣ ਭੈਣ ਦੇ ਘਰੇ ਨਹੀਂ ਹੁਣ ਮੈਂ ਰਹਿਣਾ। ਪਹਿਲਾਂ ਹੋਰ ਗੱਲ ਸੀ, ਹੁਣ ਮੈਂ ਵਿਆਹਿਆ ਗਿਆ ਹਾਂ, ਤਾਂ ਉਹ ਵੱਖਰੇ ਰਹਿਣ ਲੱਗ ਗਏ ਸੀ। ਇਹ ਇਤਿਹਾਸਕਾਰਾਂ ਦੀ ਵਿਚਾਰ ਹੈ। ਗੁਰੂ ਸਾਹਿਬ ਕਿਰਪਾ ਕਰਨ ਬਸ, ਅਤੇ ਉਹਦੇ ਸਿਮਰਨ ਕਰਦੇ ਵਾਹਿਗੁਰੂ ਜੀ ਦਾ। ਇਤਿਹਾਸ ਵੀ ਜ਼ਰੂਰੀ ਆ, ਸਿਮਰਨ ਵੀ ਜ਼ਰੂਰੀ ਆ, ਸ਼ਬਦ ਦੀ ਵਿਚਾਰ ਵੀ ਜ਼ਰੂਰੀ ਆ, ਗੁਰਦੁਆਰੇ ਆਉਣਾ ਵੀ ਜ਼ਰੂਰੀ ਆ, ਸੰਗਤ ਵੀ ਜ਼ਰੂਰੀ ਆ, ਸ਼ਰਧਾ ਵੀ ਜ਼ਰੂਰੀ ਆ, ਵਿਸ਼ਵਾਸ ਵੀ ਜ਼ਰੂਰੀ ਆ, ਸਿਦਕ ਵੀ ਜ਼ਰੂਰੀ ਆ। ਜ਼ਰੂਰੀ ਕੰਮ ਸਾਨੂੰ ਕਰਨੇ ਚਾਹੀਦੇ। ਭੁੱਲ ਚੁੱਕ ਦੀ ਖਿਮਾ। ਗੁਰੂ ਸਾਹਿਬ ਕਿਰਪਾ ਕਰਨ। ਆਓ ਅੱਖਾਂ ਮੀਟ ਕੇ ਚੌਂਕੜਾ ਮਾਰ ਕੇ ਪਿਆਰੇ ਦੀ ਯਾਦ ਵਿੱਚ ਜੁੜੀਏ ਜੀ। ਅੱਗੇ ਵਾਸਤੇ ਆਪ ਜੀ ਅਸੀਸ ਬਖਸ਼ੋ ਜੀ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।